ਗੁਰਮਤਿ ਪ੍ਰੇਮੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਪਿਛਲੇ ਐਪੀਸੋਡ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਵਿੱਦਿਆ ਸੰਬੰਧੀ ਕੁਝ ਵਿਚਾਰਾਂ ਸਾਂਝੀਆਂ ਕੀਤੀਆਂ ਸਨ ਕਿ ਪਾਂਧਾ ਗੋਪਾਲ ਜੀ ਪਾਸ ਆਪ ਜੀ ਨੇ ਲੇਖੇ ਜੋਖੇ ਹਿਸਾਬ ਕਿਤਾਬ ਦੀ ਸਿਖਲਾਈ ਕੀਤੀ ਅਤੇ ਨਾਲ ਹੀ ਲੇਖਿਓਂ ਮੁਕਤ ਹੋਣ ਦੀ ਜਾਚ ਪਾਂਧੇ ਨੂੰ ਵੀ ਸਿਖਾ ਕੇ ਪਰਤੇ। ਇਉਂ ਹੀ ਪੰਡਿਤ ਬ੍ਰਿਜਨਾਥ ਜੀ ਦੇ ਪਾਸ ਸੰਸਕ੍ਰਿਤ ਦੀ ਵਿੱਦਿਆ ਪੜ੍ਹਨ ਵਾਸਤੇ ਗਏ ਅਤੇ ਉੱਥੇ ਵੀ ਅੱਖਰਾਂ ਤੋਂ ਉੱਪਰ ਉੱਠਣ ਦੀ, ਜੋ ਕਦੀ ਖਰ ਨਹੀਂ ਹੁੰਦਾ, ਅਕਸ਼ਰ ਦਾ ਮਤਲਬ ਹੁੰਦਾ ਹੈ ਜੋ ਕਦੀ ਸ਼ੈ ਨਾ ਹੋਵੇ ਸਦਾ ਰਹੇ, ਉਸ ਦੀ ਸਮਝ ਬਖਸ਼ ਕੇ ਪਰਤੇ। ਇਸ ਤੋਂ ਬਾਅਦ ਮਹਿਤਾ ਕਾਲੂ ਜੀ ਸੋਚਦੇ ਹਨ ਕਿ ਇਸ ਵੇਲੇ ਹਾਕਮ ਭਾਸ਼ਾ ਜਾਂ ਹਾਕਮਾਂ ਦੀ ਬੋਲੀ ਫਾਰਸੀ ਹੈ ਅਤੇ ਬਹੁਤਾ ਕੰਮ ਵੀ ਫਾਰਸੀ ਵਿੱਚ ਹੀ ਸਰਕਾਰੀ ਤੌਰ 'ਤੇ ਕੀਤਾ ਜਾਂਦਾ ਹੈ। ਕਿਉਂ ਨਾ ਬੱਚੇ ਨੂੰ ਫਾਰਸੀ ਸਿਖਾਈ ਜਾਵੇ। ਨਗਰ ਵਿੱਚ ਇੰਤਜ਼ਾਮ ਹੈ ਸੀ ਅਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਕਹਿੰਦੇ ਨੇ ਉਸ ਅਧਿਆਪਕ ਦਾ ਨਾਮ ਸੀ ਕੁਤਬੁੱਦੀਨ। ਕੁਤਬ ਦਾ ਮਤਲਬ ਹੁੰਦਾ ਹੈ ਉੱਚਾ, ਸਿਖਰ ਵੀ ਅਤੇ ਧੁਰਾ ਵੀ, ਦੀਨ ਦਾ ਧੁਰਾ। ਬਹੁਤ ਵਿਦਵਾਨ ਕਾਬਲ ਅਧਿਆਪਕ ਸੀ। ਮਹਿਤਾ ਕਾਲੂ ਜੀ ਬਾਬਾ ਨਾਨਕ ਜੀ ਨੂੰ ਉਸ ਦੇ ਪਾਸ ਲੈ ਕੇ ਗਏ ਅਤੇ ਸਕੂਲ ਦਾ, ਪਾਠਸ਼ਾਲਾ ਦਾ ਹਾਕਮ ਹੈ ਜੋ ਪੜ੍ਹਾਉਣ ਵਾਲਾ ਹੈ, ਕਿਉਂਕਿ ਮੁਖੀਆ ਹੈ, ਉਸ ਦਾ ਹੁਕਮ ਚੱਲਦਾ ਹੈ। ਹਾਕਮ ਦਾ ਮਤਲਬ ਕੇਵਲ ਇੰਨਾ ਨਹੀਂ ਹੁੰਦਾ ਕਿ ਉਹ ਦੇਸ਼ 'ਤੇ ਹਕੂਮਤ ਚਲਾਉਣ ਵਾਲਾ ਹੈ। ਜਿੱਥੇ ਕਿਸੇ ਦਾ ਹੁਕਮ ਚੱਲਦਾ ਹੈ, ਹੁਕਮ ਤੋਂ ਹੀ ਸ਼ਬਦ ਹਾਕਮ ਬਣਿਆ ਹੈ, ਉੱਥੇ ਉਹ ਹਾਕਮ ਹੈ। ਨਮਾਜ਼ ਪੜ੍ਹਾਉਣ ਵੇਲੇ ਨਮਾਜ਼ ਅਦਾ ਕਰਨ ਵਾਲਾ ਆਗੂ ਹਾਕਮ ਹੈ, ਭਾਵੇਂ ਪਿੱਛੇ ਸਮਰਾਟ ਵੀ ਕਿਉਂ ਨਾ ਖੜ੍ਹਾ ਹੋਵੇ, ਉਹ ਪਿੱਛੇ ਹੈ, ਕਤਾਰ ਵਿੱਚ ਹੈ, ਜਮਾਤ ਵਿੱਚ ਹੈ, ਆਗੂ ਨਹੀਂ, ਹਾਕਮ ਨਹੀਂ। ਇਸ਼ਾਰੇ ਉਸ ਦੇ ਚੱਲਣੇ ਨੇ ਜਿਹੜਾ ਆਗੂ ਹੈ। ਇਉਂ ਹੀ ਫਾਰਸੀ ਦੀ ਇਸ ਪਾਠਸ਼ਾਲਾ ਵਿੱਚ ਕੁਤਬੁੱਦੀਨ ਜੀ ਇੱਕ ਪ੍ਰਕਾਰ ਦੇ ਹਾਕਮ ਸਨ। ਮਹਿਤਾ ਜੀ ਦਾ ਆਪਣਾ ਮਹਿਕਮਾ ਸੀ, ਪਟਵਾਰੀ ਸਨ, ਉੱਥੇ ਉਹ ਹਾਕਮ ਸਨ ਆਪਣੇ ਦਫ਼ਤਰ ਵਿੱਚ। ਪਰ ਜਿਸ ਵੇਲੇ ਪੜ੍ਹਾਉਣ ਵਾਸਤੇ ਲੈ ਕੇ ਗਏ ਅਤੇ ਜਾ ਕੇ 1 ਰੁਪਈਆ ਭੇਟਾ ਰੱਖੀ ਪੜ੍ਹਾਉਣ ਵਾਲੇ ਅਧਿਆਪਕ ਦੇ ਅੱਗੇ, ਇਹ ਸੀ ਸਤਿਕਾਰ। ਨਾਲ ਮਠਿਆਈ ਲੈ ਕੇ ਗਏ ਜੋ ਵਿਦਿਆਰਥੀਆਂ ਵਿੱਚ ਵੀ ਵੰਡੀ ਗਈ। ਬੜੀਆਂ ਖੁਸ਼ੀਆਂ ਕੀਤੀਆਂ। ਸਿੱਖ ਇਤਿਹਾਸ ਨੇ ਪੜ੍ਹਾਉਣ ਵਾਲੇ ਨੂੰ ਮੁੱਲਾ ਕਹਿ ਕੇ ਹੀ ਮੁਖਾਤਬ ਕੀਤਾ ਹੈ। ਇੱਥੇ ਮੁੱਲਾ ਨੇ ਸੀਹਰਫੀ ਲਿਖ ਦਿੱਤੀ, ਅੱਖਰ ਲਿਖ ਦਿੱਤੇ ਫਾਰਸੀ ਦੇ। ਮਕਤਬ ਜਾਣ ਦਾ ਇਹੀ ਅਸਲੀ ਮਤਲਬ ਸੀ। ਅਤੇ ਬਾਬਾ ਨਾਨਕ ਜੀ ਨੇ ਪਹਿਲੇ ਹੀ ਦਿਨ, ਇਤਿਹਾਸ ਕਹਿੰਦਾ ਹੈ, ਉਂਝ ਹੀ ਅਧਿਆਪਕ ਦੇ ਪਿੱਛੇ ਉਹ ਦੁਹਰਾ ਦਿੱਤੇ ਅਤੇ ਮੁੱਲਾ ਜੀ ਵੀ ਹੈਰਾਨ ਨੇ ਕਿ ਇਹ ਤਾਂ ਪਹਿਲਾਂ ਹੀ ਜਿਵੇਂ ਕਿਤੋਂ ਸਿੱਖ ਕੇ ਆਇਆ ਹੋਵੇ। ਖੈਰ, ਥੋੜ੍ਹੇ ਸਮੇਂ ਵਿੱਚ ਹੀ ਬਾਬਾ ਜੀ ਨੇ ਫਾਰਸੀ ਚੰਗੀ ਤਰ੍ਹਾਂ ਸਿੱਖ ਲਈ, ਉਸ ਵਿੱਚ ਮਹਾਰਤ ਹਾਸਲ ਕਰ ਲਈ। ਇਸ ਤੋਂ ਬਾਅਦ ਕੁਝ ਸਮਾਂ ਅਜਿਹਾ ਬੀਤਦਾ ਹੈ ਜਦ ਹਜ਼ੂਰ ਘਰੇ ਰਹਿੰਦੇ ਨੇ, ਪਰ ਅਵਸਥਾ ਕੋਈ ਹੋਰ ਹੈ। ਆਪਣੀ ਹੀ ਮਸਤੀ ਵਿੱਚ ਨੇ, ਨਾ ਕਿਸੇ ਨਾਲ ਵਾਧੂ ਗੱਲ ਕਰਨੀ ਹੈ। ਕਿਸੇ ਨੇ ਕੋਈ ਗੱਲ ਪੁੱਛੀ ਹੈ ਤਾਂ ਜਵਾਬ ਦੇ ਦਿੱਤਾ, ਨਹੀਂ ਤਾਂ ਆਪਣੀ ਮਸਤੀ ਵਿੱਚ ਨੇ। ਅਤੇ ਦੁਨੀਆ ਵਿੱਚ ਤਾਂ ਇੱਕ ਰਹੁ ਰੀਤੀ ਹੈ, ਅਸੀਂ ਬੋਲਣੋਂ ਹਟਦੇ ਹੀ ਨਹੀਂ। ਸੁਣਦੇ ਘੱਟ ਹਾਂ, ਬੋਲਦੇ ਵਧੇਰੇ ਹਾਂ। ਬਾਬਾ ਜੀ ਚੁੱਪ ਕਰ ਰਹੇ ਅਤੇ ਆਮ ਆਂਢੀਆਂ ਗੁਆਂਢੀਆਂ ਅਤੇ ਘਰ ਦੇ ਜੀਆਂ ਨੇ ਵੀ ਇਉਂ ਸੋਚਣਾ ਸ਼ੁਰੂ ਕਰ ਦਿੱਤਾ। ਕੋਈ ਕਹੇ ਕਿਸੇ ਦੀ ਨਜ਼ਰ ਲੱਗ ਗਈ ਹੋਵੇਗੀ, ਕੋਈ ਕਹੇ ਸ਼ਾਇਦ ਕਿਸੇ ਜਿੰਨ ਭੂਤ ਦਾ ਸਾਇਆ ਨਾ ਹੋ ਗਿਆ ਹੋਵੇ, ਜਿਵੇਂ ਪੁਰਾਣੇ ਸਮਿਆਂ ਵਿੱਚ ਅਨਪੜ੍ਹ ਜਨਤਾ ਸੋਚਿਆ ਕਰਦੀ ਸੀ। ਜਿੰਨੇ ਮੂੰਹ ਓਨੀਆਂ ਗੱਲਾਂ। ਲੋਕ ਚੁੱਪ ਦਾ ਅਰਥ ਨਹੀਂ ਸਮਝਦੇ। ਹਾਲਾਂਕਿ ਦਾਨੇ ਕਿਸੇ ਨੂੰ ਪੁੱਛਿਆ ਜਾਏ ਤਾਂ ਉਹ ਇਉਂ ਕਹੇਗਾ ਕਿ ਜਿਹੜਾ ਬਹੁਤਾ ਬੋਲਣ ਵਾਲਾ ਬੰਦਾ ਹੋਵੇ ਉਸ ਦੀਆਂ ਗੱਲਾਂ ਵਿੱਚ ਕੋਈ ਅਰਥ ਨਹੀਂ ਹੁੰਦਾ। ਅਤੇ ਸਿਆਣੇ ਬੰਦੇ ਗਿਣੇ ਚੁਣੇ ਸ਼ਬਦ ਬੋਲਦੇ ਨੇ,
ਪਰ ਉਹਨਾਂ ਦੇ ਹਰ ਲਫ਼ਜ਼ ਵਿੱਚ ਬਹੁਤ ਗਹਿਰਾਈਆਂ ਅਤੇ ਬਹੁਤ ਉਚਾਈਆਂ ਹੋਇਆ ਕਰਦੀਆਂ ਨੇ। ਤਾਂ ਬਾਬਾ ਨਾਨਕ ਜੀ ਨੇ ਬੋਲਣਾ ਕੁਝ ਘੱਟ ਕਰ ਦਿੱਤਾ, ਪਰ ਆਪਣੀ ਮਸਤੀ ਦੇ ਆਲਮ ਵਿੱਚ ਇਕੱਲੇ ਰਹਿਣਾ ਪਸੰਦ ਕੀਤਾ। ਮਸਤੀ ਦੀ ਵੀ ਸਾਨੂੰ ਕੋਈ ਸਮਝ ਨਹੀਂ। ਅਸੀਂ ਉਸ ਨੂੰ ਵਧੇਰੇ ਸਿਆਣਾ ਸਮਝਦੇ ਹਾਂ ਜਿਹੜਾ ਚਤੁਰਾਈ ਦੀਆਂ ਗੱਲਾਂ ਜ਼ਿਆਦਾ ਕਰੇ ਕਿ ਇਹ ਬੜਾ ਚਤੁਰ ਹੈ। ਮਸਤੀ ਤਾਂ ਉਹੀ ਜਾਣੇਗਾ ਜਿਸ ਨੇ ਮਾਣੀ ਹੋਵੇ। ਜਿਸ ਨੇ ਮਾਣੀ ਨਹੀਂ, ਉਸ ਨੂੰ ਮਸਤੀ ਦੇ ਸਵਾਦ ਦਾ ਕੋਈ ਪਤਾ ਨਹੀਂ। ਭਾਈ ਵੀਰ ਸਿੰਘ ਜੀ ਨੇ ਇੱਕ ਰੁਬਾਈ ਲਿਖੀ ਹੈ। ਉਹ ਕਹਿੰਦੇ ਨੇ, ਮਸਤੀ ਹੋਸ਼ਾਂ ਨਾਲੋਂ ਵੀ ਚੰਗੀ ਹੈ। ਕੀ ਹੋਇਆ ਤੇ ਕਿੱਕੂ ਹੋਇਆ, ਖੱਪ ਖੱਪ ਮੂਏ ਸਿਆਣੇ। ਉਸੇ ਰਾਹ ਪਵੇਂ ਕਿਉਂ ਜਿੰਦੇ, ਜਿਸ ਰਾਹ ਪੂਰ ਮੁਹਾਣੇ। ਭਟਕਣ ਛੱਡ ਲਟਕ ਲਾ ਇੱਕੋ, ਲਟਕ ਲਾ ਇੱਕੋ। ਖੀਵੀ ਰਹੋ ਸੁੱਖ ਮਾਣੀ, ਹੋਸ਼ਾਂ ਨਾਲੋਂ ਮਸਤੀ ਚੰਗੀ, ਰੱਖਦੀ ਸਦਾ ਟਿਕਾਣੇ। ਇਹਨਾਂ ਦੁਨੀਆ ਦੇ ਹੋਸ਼ਾਂ ਨਾਲੋਂ ਤਾਂ ਉਹ ਮਸਤੀ ਲੱਖਾਂ ਦਰਜੇ ਚੰਗੀ ਹੈ ਜਿਸ ਨੇ ਇੱਕ ਟਿਕਾ ਬਖਸ਼ ਦਿੱਤਾ ਹੈ। ਬਾਬਾ ਨਾਨਕ ਜੀ ਇੱਕ ਮਸਤੀ ਦੇ ਆਲਮ ਵਿੱਚ ਵਿਚਰ ਰਹੇ ਹਨ। ਇਉਂ ਹੀ ਇਸ ਮਸਤੀ ਵਿੱਚ 2 ਦਿਨ ਹਜ਼ੂਰ ਜ਼ਿਆਦਾ ਸਮਾਂ ਦਿਨੇ ਵੀ ਮੰਜੇ 'ਤੇ ਲੇਟੇ ਰਹੇ। ਕੌਣ ਜਾਣੇ ਸੁਰਤ ਦੀਆਂ ਬੁਲੰਦੀਆਂ ਕਿੱਥੇ ਪਹੁੰਚੀਆਂ ਹੋਈਆਂ ਸਨ। ਇਹ ਆਮ ਆਦਮੀ ਦੇ ਸਮਝਣ ਦੀ ਸਮਰੱਥਾ ਨਹੀਂ। ਤੇ ਆਂਢੀ ਗੁਆਂਢੀ ਇਉਂ ਆਖਣ ਲੱਗ ਪਏ, ਸ਼ਾਇਦ ਕੋਈ ਭੂਤ ਪ੍ਰੇਤ ਦਾ ਸਾਇਆ ਨਾ ਹੋ ਗਿਆ ਹੋਵੇ। ਇਹ ਕਈ ਵਾਰੀ ਬਾਬਾ ਨਾਨਕ ਜੀ ਦੀ ਜ਼ਿੰਦਗੀ ਵਿੱਚ ਵਰਤਿਆ ਹੈ। ਜਦ ਹਜ਼ੂਰ ਕੁਝ ਦਿਨਾਂ ਲਈ ਕਿਸੇ ਮਸਤੀ ਵਿੱਚ ਚੁੱਪ ਕਰ ਜਾਂਦੇ ਤਾਂ ਲੋਕ ਇਉਂ ਹੀ ਸੋਚਣ ਲੱਗ ਪੈਂਦੇ ਸਨ। ਬਾਬਾ ਜੀ ਨੇ ਆਪ ਵੀ ਲਿਖਿਆ ਹੈ, ਕੋਈ ਆਖੈ ਭੂਤਨਾ, ਕੋ ਕਹੈ ਬੇਤਾਲਾ, ਕੋਈ ਆਖੈ ਆਦਮੀ, ਨਾਨਕ ਬੇਚਾਰਾ। ਇਹ ਨਹੀਂ, ਇਹ ਵਿਚਾਰਾ ਨਾਨਕ ਹੈ, ਸਿੱਧਾ ਹੈ, ਭੋਲਾ ਭਾਲਾ ਹੈ, ਕੋਈ ਇਉਂ ਆਖ ਦਿੰਦਾ ਹੈ। ਪਰ ਮਹਿਤਾ ਜੀ ਨੂੰ ਚਿੰਤਾ ਲੱਗ ਗਈ। ਕੌਣ ਬਾਪ ਹੈ ਜੋ ਬੱਚੇ ਨੂੰ ਇੰਜ ਦੇਖੇ ਕਿ ਉਹ ਪਿਆ ਹੀ ਹੈ ਤੇ ਕਿਸੇ ਨਾਲ ਵਾਧੂ ਫਾਲਤੂ ਗੱਲ ਵੀ ਨਹੀਂ ਕਰਦਾ, ਪੁੱਛੋ ਤਾਂ ਥੋੜ੍ਹਾ ਜਵਾਬ ਦਿੰਦਾ ਹੈ, ਨਹੀਂ ਤਾਂ ਕਿਸੇ ਹੋਰ ਹੀ ਮਸਤੀ ਵਿੱਚ ਹੈ। ਚਿੰਤਾ ਹੋ ਜਾਣੀ ਸੁਭਾਵਿਕ ਵੀ ਸੀ। ਮਹਿਤਾ ਜੀ ਨੇ ਸੋਚਿਆ, ਕਿਉਂ ਨਾ ਉਸੇ ਅਧਿਆਪਕ ਨੂੰ ਜਿਸ ਨੇ ਫਾਰਸੀ ਪੜ੍ਹਾਈ ਹੈ, ਉਸੇ ਨੂੰ ਸੱਦ ਕੇ ਪੁੱਛਿਆ ਜਾਏ ਕਿ ਅਜੇ ਕੁਝ ਦਿਨਾਂ ਦੀ ਗੱਲ ਹੈ, ਤੁਹਾਡੇ ਪਾਸੋਂ ਫਾਰਸੀ ਇੰਨੇ ਚੰਗੇ ਢੰਗ ਨਾਲ ਪੜ੍ਹਦੇ ਆਏ ਨੇ, ਹੋ ਕੀ ਗਿਆ ਹੈ। ਬੜੀ ਅਜੀਬ ਇਹ ਦੁਨੀਆ ਹੈ। ਸਿਆਣੇ ਲੋਕ ਤਾਂ ਇਉਂ ਕਹਿੰਦੇ ਨੇ ਕਿ ਐ ਬੰਦੇ, ਜੇ ਤੂੰ ਪਸ਼ੂ ਨੂੰ ਬੋਲਣਾ ਨਹੀਂ ਸਿਖਾ ਸਕਦਾ, ਬੜੀ ਗੌਰ ਕਰਨ ਵਾਲੀ ਗੱਲ ਹੈ, ਜੇ ਤੂੰ ਪਸ਼ੂ ਨੂੰ ਬੋਲਣਾ ਨਹੀਂ ਸਿਖਾ ਸਕਦਾ ਤਾਂ ਉਸ ਕੋਲੋਂ ਚੁੱਪ ਰਹਿਣਾ ਹੀ ਸਿੱਖ ਲੈ। ਪਰ ਅਸੀਂ ਬੋਲਦੇ ਵਧੇਰੇ ਹਾਂ, ਸੁਣਦੇ ਘੱਟ ਹਾਂ। ਅਤੇ ਜਿਹੜਾ ਕੋਈ ਥੋੜ੍ਹਾ ਚੁੱਪ ਧਾਰਨ ਕਰ ਲਵੇ ਉਹਨੂੰ ਆਖ ਦਿੰਦੇ ਨੇ ਇਹ ਤਾਂ ਮੂਰਖ ਹੈ। ਪ੍ਰਭਾਤੀ ਰਾਗ ਅੰਦਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਹੀ ਬਚਨ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1330 ਅੰਗ 'ਤੇ ਕਹਿੰਦੇ ਨੇ, ਮਸ਼ਟ ਕਰੋ ਮੂਰਖ ਜਗ ਕਹੀਆ। ਜੇ ਚੁੱਪ ਰਹਿੰਦੇ ਹਾਂ ਤੇ ਲੋਕ ਆਖਦੇ ਨੇ ਮੂਰਖ ਹੈ, ਇਸ ਨੂੰ ਕੁਝ ਪਤਾ ਹੀ ਨਹੀਂ। ਅਧਿਕ ਬਕੋ ਤੇਰੀ ਲਿਵ ਰਹੀ ਆ। ਜੇ ਬਹੁਤਾ ਬੋਲਨੇ ਆ ਤੇ ਬਹੁਤਾ ਬੋਲਣ ਵਾਲੇ ਦੀ ਸੁਰਤ ਟਿਕਾ ਵਿੱਚ ਹੋਵੇਗੀ, ਇਹ ਤਾਂ ਭੁੱਲ ਹੀ ਜਾਣਾ ਚਾਹੀਦਾ ਹੈ। ਟਿਕਾ ਨਹੀਂ ਉਸ ਵਿੱਚ ਹੋ ਸਕਦਾ। ਅਧਿਕ ਬਕੋ ਤੇਰੀ ਲਿਵ ਰਹੀ ਆ, ਤੇਰੀ ਸੁਰਤੀ ਤੋਂ ਉਖੜ ਜਾਂਦਾ ਹਾਂ। ਭੂਲ ਚੂਕ ਤੇਰਾ ਦਰਬਾਰ, ਨਾਮ ਬਿਨਾ ਕੈਸੇ ਆਚਾਰ। ਐਸੇ ਝੂਠ ਮੁੱਠੇ ਸੰਸਾਰਾ, ਨਿੰਦਕ ਨਿੰਦਾ ਮੁਝੇ ਪਿਆਰਾ। ਮੈਂ ਤਾਂ ਇੱਕ ਫੈਸਲਾ ਕਰ ਲਿਆ ਹੈ ਕਿ ਦੁਨੀਆ ਝੂਠ ਮੂਠ ਨੂੰ ਮੰਨਣ ਵਾਲੀ ਹੈ। ਜੇ ਨਿੰਦਿਆ ਵੀ ਕਰਦੇ ਨੇ ਕਰਦੇ ਰਹਿਣ, ਮੈਂ ਆਪਣੀ ਮਸਤੀ ਥੋੜ੍ਹੀ ਤਿਆਗ ਦੇਣੀ ਹੈ ਇਹਨਾਂ ਮੂਰਖਾਂ ਦੇ ਆਖੇ ਲੱਗ ਕੇ। ਖੈਰ, ਲੋਕਾਂ ਨੇ ਇੰਝ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਮਹਿਤਾ ਜੀ ਨੇ ਸੱਦ ਲਿਆਂਦਾ ਉਸੇ ਮੁੱਲਾ ਜੀ ਨੂੰ ਜਿਨ੍ਹਾਂ ਨੇ ਫਾਰਸੀ ਪੜ੍ਹਾਈ ਸੀ। ਉਹ ਆ ਕੇ ਯਤਨ ਕਰਦੇ ਹਨ ਕਿ ਬਾਬੇ ਨਾਨਕ ਨੂੰ ਬੁਲਾਇਆ ਜਾਵੇ। ਬੇਟਾ ਕੀ ਹੋਇਆ ਹੈ? ਤੇਰੇ ਪਿਤਾ ਜੀ ਮਾਤਾ ਜੀ ਦੱਸਦੇ ਨੇ ਤੂੰ ਚੁੱਪ ਧਾਰਨ ਕਰ ਲਈ ਹੈ। ਹੁਣ ਇਹ ਤਾਂ ਕੋਈ ਕਬੀਰ ਵਰਗੀ ਰੂਹ ਹੀ ਜਾਣ ਸਕਦੀ ਹੈ ਨਾ ਇਸ ਚੁੱਪ ਦੇ ਅਰਥ ਕੀ ਨੇ। ਕਬੀਰ ਜੀ ਦਾ ਸ਼ਬਦ ਵੀ ਬੜਾ ਪਿਆਰਾ ਹੈ। ਉਹ ਕਹਿੰਦੇ ਨੇ, ਸੰਤ ਮਿਲੈ ਕਿਛ ਸੁਣੀਏ ਕਹੀਏ,
ਕੋਈ ਉਸ ਮਸਤੀ ਦੇ ਆਲਮ ਵਾਲਾ ਮਿਲੇ ਤੇ ਉਸ ਦੇ ਪਾਸ ਕੁਝ ਕਹਿਣਾ ਵੀ ਬਣਦਾ ਹੈ। ਆਪਣਾ ਪ੍ਰਸ਼ਨ ਰੱਖੋ। ਪਹਿਲੀ ਗੱਲ ਹੈ ਸੁਣਨਾ ਬਣਦਾ ਹੈ। ਉਸ ਦੀ ਕੋਈ ਗੱਲ ਸੁਣੋ, ਕਿਉਂਕਿ ਉਹ ਰੱਬ ਨਾਲ ਜੁੜੀ ਹੋਈ ਰੂਹ ਤੁਹਾਨੂੰ ਜੋੜਨ ਵਾਲੇ ਬਚਨ ਕਰੇਗੀ। ਫਿਰ ਕੋਈ ਆਪਣੇ ਮਨ ਦੀ ਗੱਲ ਸਾਂਝੀ ਕਰਨ ਵਾਲੀ ਹੈ, ਕੁਝ ਪੁੱਛਣਾ ਹੈ ਤਾਂ ਗੱਲ ਕਰੋ ਵੀ। ਸੰਤ ਮਿਲੈ ਕਿਛ ਸੁਣੀਆਂ ਕਹੀਐ, ਮਿਲੈ ਅਸੰਤ ਮਸ਼ਟ ਕਰ ਰਹੀ ਹੈ। ਜਿਹੜਾ ਸੰਤ ਗਿਰੀ ਦੇ ਉਲਟ ਹੈ, ਸਾਧੂ ਸੁਭਾਅ ਦੇ ਉਲਟ ਹੈ, ਉਸ ਨੂੰ ਤਾਂ ਨਾ ਹੀ ਮਿਲਿਆ ਜਾਵੇ ਤਾਂ ਚੰਗਾ ਹੈ। ਜੇ ਮਿਲਾਪ ਹੋ ਹੀ ਜਾਏ, ਉਸ ਮਿਲਾਪ ਵਿੱਚ ਵੀ ਇੱਕ ਗੱਲ ਦਾ ਖਿਆਲ ਰੱਖੀ, ਚੁੱਪ ਕਰ ਰਹੀ। ਇਸ ਨਾਲ ਬੋਲੇਗਾ ਤਾਂ ਵਾਰਤਾਲਾਪ ਵਧੇਗਾ, ਨੇੜਤਾ ਵੱਧ ਜਾਏਗੀ। ਉਹ ਸੰਗਤ ਤੇਰੀ ਜ਼ਿੰਦਗੀ ਖਰਾਬ ਕਰ ਸਕਦੀ ਹੈ। ਇਸ ਲਈ ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸ਼ਟ ਕਰ ਰਹੀ ਹੈ। ਬਾਬਾ ਬੋਲਣਾ ਕਿਆ ਕਹੀ ਹੈ, ਜੈਸੇ ਰਾਮ ਨਾਮ ਰਬ ਰਹੀ ਹੈ। ਅੱਗੇ ਉਹਨਾਂ ਇਉਂ ਵੀ ਲਿਖਿਆ, ਸੰਤਨ ਸਿਉ ਬੋਲੇ ਉਪਕਾਰੀ, ਮੂਰਖ ਸਿਉ ਬੋਲੇ ਝੱਖ ਮਾਰੀ। ਬੋਲਤ ਬੋਲਤ ਬੜੈ ਬਿਕਾਰਾ, ਬਿਨ ਬੋਲੇ ਕਿਆ ਕਰੇ ਵਿਚਾਰਾ। ਇਹਦਾ ਮਤਲਬ ਮੋਨੀ ਬਣਨ ਦੀ ਵੀ ਪ੍ਰੇਰਣਾ ਨਹੀਂ। ਬੋਲਣ ਤੋਂ ਬਿਨਾਂ ਵਿਚਾਰ ਨਹੀਂ ਹੋ ਸਕਦੀ। ਪਰ ਸਾਨੂੰ ਪਤਾ ਤਾਂ ਹੋਵੇ ਵਿਚਾਰ ਕਰਨੀ ਕਿਸ ਨਾਲ ਹੈ। ਚੋਰ ਦੀ ਗੱਲ ਸੁਣੋਗੇ, ਲੁਟੇਰੇ ਦੀ ਗੱਲ ਸੁਣੋਗੇ, ਬੇਈਮਾਨ ਦੀ ਚਰਚਾ ਸੁਣੋਗੇ ਤਾਂ ਉਹ ਵਿਚਾਰ ਸਾਡੇ ਅੰਦਰ ਜਾਣਗੇ। ਸਾਧੂ ਦੀ ਵਿਚਾਰ ਸੁਣੋਗੇ ਤਾਂ ਉਹ ਸਿਰਜਣਹਾਰ ਨਾਲ ਜੋੜੇਗੀ। ਸੁਣਨਾ ਕੀ ਹੈ ਇਹ ਪਤਾ ਹੋਣਾ ਚਾਹੀਦਾ ਹੈ। ਬੋਲਣਾ ਕਿੱਥੇ ਹੈ ਇਹ ਪਤਾ ਹੋਣਾ ਚਾਹੀਦਾ ਹੈ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਇਹ ਆਲਤੂ ਫਾਲਤੂ ਗੱਲਾਂ ਕਰਨ ਵਾਲਿਆਂ ਨਾਲ ਕੀ ਬੋਲਾਂ। ਇੱਕ ਹੋਰ ਹੀ ਦੁਨੀਆ ਦੀ ਚਿੰਤਾ ਵੀ ਸਾਹਮਣੇ ਹੈ ਕਿ ਸੰਸਾਰ ਭਟਕਿਆ ਹੋਇਆ ਹੈ, ਇਸ ਨੂੰ ਨਿਰੰਕਾਰ ਨਾਲ ਜੋੜਿਆ ਕਿਵੇਂ ਜਾਏ, ਜ਼ਿੰਦਗੀ ਸਫਲ ਕਿਵੇਂ ਬਣੇ। ਬਾਬਾ ਨਾਨਕ ਤਾਂ ਇਹਨਾਂ ਸੋਚਾਂ ਵਿੱਚ ਨੇ ਤੇ ਮਹਿਤਾ ਜੀ ਬੁਲਾ ਲਿਆਏ ਉਸ ਫਾਰਸੀ ਪੜ੍ਹਾਉਣ ਵਾਲੇ ਨੂੰ। ਉਸ ਨੇ ਆ ਕੇ ਬੜੀਆਂ ਸਿਆਣੀਆਂ ਗੱਲਾਂ ਕੀਤੀਆਂ, ਇਸ ਵਿੱਚ ਕੋਈ ਸ਼ੱਕ ਨਹੀਂ। ਵਿਦਵਾਨ ਬੰਦਾ ਸੀ, ਸਿਆਣਾ ਸੀ। ਉਸ ਨੇ ਆਖਿਆ ਕਿ ਲੋਕ ਇਉਂ ਕਹਿੰਦੇ ਨੇ ਭੂਤ ਪ੍ਰੇਤ ਦਾ ਸਾਇਆ ਹੈ, ਪਰ ਮੈਂ ਧਿਆਨ ਨਾਲ ਦੇਖਦਾ ਹਾਂ, ਮੈਨੂੰ ਤਾਂ ਇਉਂ ਜਾਪਦਾ ਹੈ ਕਿ ਨੇਤਰਾਂ ਦੀ ਮਸਤੀ ਕੋਈ ਹੋਰ ਹੀ ਖਬਰ ਦੇ ਰਹੀ ਹੈ, ਜਿਹੜੀ ਮੇਰੀ ਸਮਝ ਤੋਂ ਵੀ ਪਰੇ ਹੈ। ਇਸ ਲਈ ਉਸ ਨੇ ਬਾਬੇ ਨਾਨਕ ਨੂੰ ਮੁਖਾਤਬ ਕਰਕੇ ਬਾਰ-ਬਾਰ ਬੁਲਾਉਣ ਦੀ ਕੋਸ਼ਿਸ਼ ਕੀਤੀ ਕਿ ਨਾਨਕ ਕੁਝ ਕਹੋ, ਤੇਰੇ ਮਨ ਵਿੱਚ ਕੀ ਖਿਆਲ ਨੇ, ਕੀ ਸੋਚ ਕੇ ਲੇਟਿਆ ਹੋਇਆ ਹੈ। ਕੋਈ ਚਿੰਤਾ ਤਾਂ ਨਹੀਂ, ਕਿਸੇ ਪ੍ਰਕਾਰ ਦਾ ਕੋਈ ਫਿਕਰ ਤਾਂ ਨਹੀਂ, ਮਾਪਿਆਂ ਨੇ ਤਾਂ ਨਹੀਂ ਕੁਝ ਕਿਹਾ। ਜੋ ਸਵਾਲ ਉਸ ਦੇ ਮਨ ਵਿੱਚ ਆਏ ਹੋਣਗੇ ਉਸ ਨੇ ਪੁੱਛੇ, ਹਾਲਾਂਕਿ ਉਸ ਨੂੰ ਵੀ ਇਹ ਬੇਅਰਥ ਜਾਪਦੇ ਸਨ। ਸਿਆਣਾ ਬੰਦਾ ਨੇਤਰ ਦੇਖ ਕੇ ਬਹੁਤ ਕੁਝ ਪੜ੍ਹ ਲੈਂਦਾ ਹੈ। ਇਹ ਸਿਆਣਾ ਸੀ, ਕੁਤਬੁੱਦੀਨ ਕੋਈ ਮਾਮੂਲੀ ਆਦਮੀ ਨਹੀਂ ਸੀ। ਪਰ ਆਲੇ ਦੁਆਲੇ ਖਲਕ ਤੇ ਇਕੱਠੀ ਹੋਈ ਖੜੀ ਹੈ, ਆਂਢੀ ਗੁਆਂਢੀ ਇਕੱਠੇ ਹੋ ਗਏ ਨੇ ਕਿ ਗੱਲ ਕੀ ਹੈ। ਭਾਵੇਂ ਇਹ ਬਹੁਤ ਕੁਝ ਸਮਝਦਾ ਵੀ ਹੋਵੇ, ਪਰ ਉਸ ਗਹਿਰਾਈ ਤੱਕ ਇਸ ਦੀ ਵੀ ਪਹੁੰਚ ਨਹੀਂ ਜਿੱਥੇ ਬਾਬਾ ਨਾਨਕ ਟੁਬਕੀ ਲਾਈ ਬੈਠੇ ਨੇ, ਤੇ ਉਸ ਉਚਾਈ ਤੱਕ ਵੀ ਇਸ ਦੀ ਪਹੁੰਚ ਨਹੀਂ ਜਿੱਥੇ ਗੁਰੂ ਨਾਨਕ ਦੀ ਉਡਾਰੀ ਲੱਗ ਗਈ ਹੈ। ਸੋ ਇਸ ਨੇ ਇੱਕ ਤਰੀਕਾ ਲੱਭ ਲਿਆ। ਜਦ ਬਹੁਤ ਵਾਰੀ ਕੁਝ ਪੁੱਛਣ ਦੀ ਕੋਸ਼ਿਸ਼ ਕੀਤੀ, ਜਵਾਬ ਕੋਈ ਨਾ ਆਇਆ, ਤਾਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬੜੀ ਪਿਆਰੀ ਗਾਥਾ ਲਿਖੀ ਹੈ। ਉਹ ਮੈਂ ਆਪ ਜੀ ਨੂੰ ਪੜ੍ਹ ਕੇ ਵੀ ਸੁਣਾਉਂਦਾ ਹਾਂ। ਕਹਿੰਦੇ ਨੇ, ਮਸ਼ਟ ਕਰੀ ਨਾਨਕ ਤਬੈ, ਦਇਓ ਨਾ ਉੱਤਰ ਕੋਏ। ਮੁੱਲਾ ਨੇ ਪੁੱਛਿਆ ਕਈ ਸਵਾਲਾਂ ਦੇ ਜ਼ਰੀਏ, ਤੇ ਮਤਲਬ ਇੱਕੋ ਹੀ ਸੀ, ਕਿਸੇ ਤਰ੍ਹਾਂ ਨਾਨਕ ਬੋਲੇ। ਤੇ ਦਇਓ ਨਾ ਉੱਤਰ ਕੋਏ, ਜਿਸ ਵੇਲੇ ਇਹਨੇ ਸਮਝ ਲਿਆ ਕਿ ਮੇਰੇ ਸਵਾਲਾਂ ਦੇ ਜਵਾਬ ਨਾਨਕ ਨਹੀਂ ਦੇਣਗੇ, ਉਸ ਵੇਲੇ ਇਹ ਬੜੀ ਨਿਮਰਤਾ ਵਿੱਚ ਆ ਗਿਆ। ਵਿਦਵਤਾ ਭੁਲਾ ਦਿੱਤੀ, ਆਪਣੀ ਸਿਆਣਪ ਤੇ ਉਮਰ ਦਾ ਵੱਡਾਪਣ ਵੀ ਤਿਆਗ ਦਿੱਤਾ। ਇਹ ਵੀ ਖਿਆਲ ਛੱਡ ਦਿੱਤਾ ਕਿ ਮੇਰੇ ਵਿਦਿਆਰਥੀ ਰਹੇ ਨੇ। ਨਹੀਂ, ਸਿਆਣਾ ਦਾਨਾ ਬੰਦਾ ਦਾਨੀ ਗੱਲ ਕਰੇਗਾ। ਦੀਨ ਭਇਓ ਮੁੱਲਾ ਰਿਦੇ ਬਹੁਰੋ ਬਚਨ ਬਗੋਏ।
ਬੜਾ ਦੀਨ ਬਣ ਕੇ, ਨਿਮਾਣਿਆਂ ਦੀ ਤਰ੍ਹਾਂ ਨੀਵਾਂ ਹੋ ਕੇ। ਚੰਗਾ ਵੀ ਇਹੀ ਹੈ, ਆਪਣੇ ਤੋਂ ਵਡੇਰੀ ਉਡਾਰੀ ਵਾਲਾ ਤੇ ਗਹਿਰਾਈਆਂ ਨੂੰ ਜਾਣਨ ਵਾਲਾ ਭਾਵੇਂ ਬੱਚਾ ਵੀ ਕਿਉਂ ਨਾ ਹੋਵੇ, ਉਸ ਦੇ ਸਾਹਮਣੇ ਵੀ ਝੁਕ ਜਾਣਾ ਚਾਹੀਦਾ ਹੈ। ਉਹ ਅਕਲਾਂ ਵਿੱਚ ਬਹੁਤ ਵੱਡਾ ਹੈ, ਉੱਥੇ ਬਹੁਤ ਸਿਆਣੇ ਬਣਨ ਦੀ ਕੋਸ਼ਿਸ਼ ਨਹੀਂ। ਮੁੱਲਾ ਜੀ ਨੇ ਇਉਂ ਹੀ ਕੀਤਾ। ਦੀਨ ਭਇਓ ਮੁੱਲਾ ਹਿਰਦੈ ਬਹੁਰੋ ਬਚਨ ਬੁਗੋਏ। ਤੇ ਬੜੀ ਨਿਮਰਤਾ ਪਹਿਲਾਂ ਮਨ ਵਿੱਚ ਧਾਰਨ ਕਰਕੇ ਫਿਰ ਕੁਝ ਬਚਨ ਬੋਲਦਾ ਹੈ। ਆਏ ਖਰੇ ਨਾਨਕ ਪਾਸ ਜਿਤੇ, ਤੁਮ ਬੈਨ ਸੁਨੇ ਮਨ ਚਾਹੇ ਇਹੀ। ਆਖਣ ਲੱਗੇ, ਨਾਨਕ ਤੇਰੇ ਪਾਸ ਮੈਂ ਇਕੱਲਾ ਨਹੀਂ, ਇੰਨੇ ਹੋਰ ਲੋਕ ਵੀ ਆ ਕੇ ਖੜੋਤੇ ਨੇ। ਸਾਰਿਆਂ ਦੀ ਖਾਹਿਸ਼ ਇੱਕ ਹੈ, ਕੁਝ ਬੋਲੋ। ਆਨੰਦ ਤੇ ਨੇ ਬੋਲਤ ਹੋ ਬਚ। ਪਰ ਮੈਂ ਹੈਰਾਨ ਹਾਂ, ਮੈਂ ਵੀ ਕਈ ਪ੍ਰਸ਼ਨ ਕਰ ਚੁੱਕਾ ਹਾਂ। ਨਾਨਕ ਜੀ ਤੁਸੀਂ ਬੋਲੇ ਕਿਉਂ ਨਹੀਂ? ਹੋਵਤ ਰੰਜ ਹਿਰਦੈ ਸਭ ਹੀ। ਤੇ ਗੱਲ ਮੇਰੀ ਇਕੱਲੇ ਦੀ ਨਹੀਂ, ਇਹ ਜਿੰਨਾ ਆਂਢ ਗੁਆਂਢ ਵੀ ਇਕੱਠਾ ਹੋਇਆ ਖੜੋਤਾ ਹੈ, ਤੇਰੇ ਮਾਤਾ ਪਿਤਾ ਵੀ ਖੜੋਤੇ ਨੇ। ਇਹਨਾਂ ਸਾਰਿਆਂ ਦੇ ਮਨ ਵਿੱਚ ਇੱਕ ਚਿੰਤਾ ਹੈ ਕਿ ਨਾਨਕ ਬੋਲਦਾ ਕਿਉਂ ਨਹੀਂ। ਮੋਹੇ ਕਹੇ ਤੁਮ ਬੋਲੋ ਥੋੜ ਸਾ। ਮੇਰੇ ਕਹਿਣ ਤੇ ਨਾਨਕ ਥੋੜਾ ਜਿਹਾ ਤਾਂ ਬੋਲ। ਮਾਨੀ ਹੈਰਾਨੀ ਸੋ ਕੈਸੇ ਕਹੀ। ਤੇਰੇ ਮਨ ਅੰਦਰ ਕੀ ਹੈ, ਅਸੀਂ ਹੈਰਾਨ ਹਾਂ ਤੇ ਆਖ ਕੀ ਸਕਦੇ ਹਾਂ। ਹੇਤ ਖੁਦਾਏ ਉੱਠੋ ਇੱਕ ਵਾਰ। ਬਸ ਇੱਥੇ ਆ ਕੇ ਗੱਲ ਟਿਕਾਣੇ ਪਹੁੰਚ ਗਈ। ਜਿਸ ਵੇਲੇ ਅਧਿਆਪਕ ਨੇ ਇਉਂ ਆਖਿਆ ਨਿਮਰਤਾ ਨਾਲ, ਦੇਖ ਨਾਨਕ ਮੈਂ ਬੜੇ ਯਤਨ ਕਰ ਚੁੱਕਾ ਹਾਂ, ਤੂੰ ਮੁਖ ਤੋਂ ਕੁਝ ਬੋਲਦਾ ਨਹੀਂ, ਤੇ ਹੁਣ ਮੈਂ ਰੱਬ ਦਾ ਵਾਸਤਾ ਪਾ ਕੇ ਆਖਦਾ, ਖੁਦਾ ਦੇ ਵਾਸਤੇ, ਹੇਤ ਖੁਦਾਏ ਉੱਠੋ ਇੱਕ ਵਾਰ। ਮੰਜੇ ਤੇ ਲੇਟਿਆ ਹੈ, 2 ਦਿਨ ਤੋਂ ਘਰ ਦੇ ਪਰੇਸ਼ਾਨ ਨੇ। ਮੈਂ ਸਮਝਦਾ ਹਾਂ ਤੇਰੇ ਅੰਦਰ ਕੋਈ ਅਵਸਥਾ ਹੋਰ ਹੈ ਜਿਹੜੀ ਸਾਡੀ ਸਮਝ ਵਿੱਚ ਨਹੀਂ, ਪਰ ਰੱਬ ਦਾ ਵਾਸਤਾ ਜੇ ਕੁਝ ਸਾਡੇ ਪੱਲੇ ਵੀ ਪਾ ਦੇ, ਕੁਝ ਤਾਂ ਬੋਲੋ। ਹੇਤ ਖੁਦਾਏ ਉੱਠੋ ਇੱਕ ਬਾਰ, ਉਚਾਰ ਕਰੋ ਜੈਸੇ ਅਹੀ। ਜੋ ਤੁਹਾਡੇ ਚਿੱਤ ਦੀ ਸਹੀ ਦਸ਼ਾ ਹੈ, ਜੋ ਤੁਹਾਡੇ ਮਨ ਵਿੱਚ ਹੈ, ਉਹ ਉਚਾਰਨ ਕਰੋ, ਉਹ ਬੋਲੋ। ਭਾਈ ਸਾਹਿਬ ਕਹਿੰਦੇ ਨੇ, ਮੁੱਲਾਂ ਕੇ ਸੁਨ ਬੈਨ ਦੀਨ ਅਤ ਜੋ ਭਇਓ। ਜਿਸ ਵੇਲੇ ਕੋਈ ਨਿਮਰਤਾ ਨਾਲ ਪੇਸ਼ ਆਉਂਦਾ ਹੈ ਨਾ, ਉਸ ਵੇਲੇ ਤਾਂ ਰੱਬ ਵੀ ਬੋਲ ਪੈਂਦਾ ਹੈ। ਕਦੀ ਨਿਮਰਤਾ ਨਾਲ ਉਸ ਨੂੰ ਪੁਕਾਰ ਕੇ ਦੇਖੋ। ਕੌਣ ਕਹਿੰਦਾ ਹੈ ਰੱਬ ਬੋਲਦਾ ਨਹੀਂ? ਕਸੂਰ ਸਾਡਾ ਹੈ, ਸਾਨੂੰ ਬੁਲਾਉਣਾ ਨਹੀਂ ਆਉਂਦਾ। ਜਦ ਕੋਈ ਦੀਨ ਬਣ ਕੇ ਨਿਮਰਤਾ ਨਾਲ ਪੁਕਾਰਦਾ ਹੈ ਤਾਂ ਰੱਬ ਵੀ ਜਵਾਬ ਦਿੰਦਾ ਹੈ। ਗੁਰੂ ਨਾਨਕ ਸਾਹਿਬ ਨੇ ਦੇਖਿਆ, ਮੁੱਲਾ ਬੜੀ ਨਿਮਰਤਾ ਨਾਲ ਬੇਨਤੀ ਰੂਪ ਵਿੱਚ ਕਹਿ ਰਿਹਾ ਹੈ, ਮੇਰਾ ਅਧਿਆਪਕ ਵੀ ਹੈ, ਪੜ੍ਹਾਇਆ ਹੈ ਇਸਨੇ, ਪਰ ਅੱਜ ਇਸ ਦੀ ਅਵਸਥਾ ਕੁਝ ਹੋਰ ਹੈ, ਇਹਨੂੰ ਸਮਝ ਵੀ ਕੁਝ ਆ ਰਹੀ ਹੈ ਪਰ ਗਹਿਰਾਈ ਦਾ ਨਹੀਂ ਪਤਾ। ਬਹੁਰੋ ਹੇਤ ਖੁਦਾਏ ਨਾਮ ਮੁਖ ਤੇ ਕਹਿਓ। ਫਿਰ ਇਸ ਨੇ ਖੁਦਾ ਦਾ ਨਾਂ ਲੈ ਕੇ, ਖੁਦਾ ਦਾ ਵਾਸਤਾ ਪਾ ਕੇ ਮੈਨੂੰ ਬਚਨ ਕਹਿ ਦਿੱਤੇ ਨੇ, ਕੁਝ ਬੋਲ। ਤੇ ਜਿੱਥੇ ਖੁਦਾ ਦਾ ਵਾਸਤਾ ਪਾ ਦਿੱਤਾ ਜਾਏ, ਉੱਥੇ ਮੇਰੀ ਕੀ ਔਕਾਤ ਹੈ ਮੈਂ ਨਾ ਬੋਲਾਂ। ਰੱਬ ਦੀ ਸ਼ਕਤੀ ਨੂੰ ਮੰਨਣ ਵਾਲਿਆਂ ਦੀ ਅਵਸਥਾ ਹੋਰ ਹੁੰਦੀ ਹੈ। ਜੇ ਇਹਨੇ ਆਖਿਆ ਨਾ ਖੁਦਾ ਦਾ ਵਾਸਤਾ ਹੈ ਕੁਝ ਬੋਲ, ਤਾਂ ਦੋਨੋਂ ਚਸ਼ਮ ਕੁਸ਼ਾਦ, ਦੋਨੋਂ ਚਸ਼ਮ, ਦੋਨੋਂ ਨੇਤਰ ਬਾਬਾ ਨਾਨਕ ਜੀ ਨੇ ਖੋਲ੍ਹ ਲਏ। ਜਿਹੜੇ ਧੁਰ ਅੰਦਰ ਵੱਲ ਦ੍ਰਿਸ਼ਟੀ ਲੱਗੀ ਹੋਈ ਸੀ, ਖੁਦਾ ਦਾ ਨਾਮ ਸੁਣ ਕੇ, ਖੁਦਾ ਦਾ ਵਾਸਤਾ ਸੁਣ ਕੇ, ਉਹ ਬਾਹਰ ਦੀ ਦੁਨੀਆ ਵੱਲ ਆਈ। ਹਜ਼ੂਰ ਨੇ ਨੇਤਰ ਖੋਲ੍ਹ ਲਏ। ਜੋ ਬੰਦ ਕਰਕੇ ਲੇਟੇ ਹੋਏ ਸਨ, ਹੁਣ ਤੱਕ ਜਿੰਨੇ ਸਵਾਲ ਸੁਣੇ ਸਨ, ਸੁਣਨ ਵਾਸਤੇ ਕੰਨ ਖੁੱਲ੍ਹੇ ਹੋਣ ਦੀ ਜ਼ਰੂਰਤ ਹੈ, ਅੱਖਾਂ ਦੀ ਤਾਂ ਨਹੀਂ। ਬਾਬੇ ਨਾਨਕ ਨੇ ਨੇਤਰ ਵੀ ਮੁੰਦੇ ਹੋਏ ਸਨ, ਬੰਦ ਕੀਤੇ ਹੋਏ ਸਨ। ਜਿਸ ਵੇਲੇ ਖੁਦਾ ਦਾ ਵਾਸਤਾ ਪਾਇਆ ਗਿਆ, ਗੁਰੂ ਨਾਨਕ ਸਾਹਿਬ ਨੇ ਦੋਨੋਂ ਅੱਖਾਂ ਖੋਲ੍ਹ ਲਈਆਂ। ਦੋਨੋਂ ਚਸ਼ਮ ਕੁਸ਼ਾਦ, ਨਿਸ਼ਸਤੈ ਸਾਮੁਹੇ। ਤੇ ਕੇਵਲ ਅੱਖਾਂ ਹੀ ਨਹੀਂ ਖੋਲੀਆਂ, ਉਸੇ ਵੇਲੇ ਉੱਠ ਕੇ ਬਹਿ ਗਏ। ਹੁਣ ਲੇਟੇ ਹੋਏ ਨਹੀਂ,
ਹੁਣ ਸੰਸਾਰ ਨੂੰ ਸੰਬੋਧਨ ਕਰਨ ਦਾ ਸਮਾਂ ਆ ਗਿਆ ਹੈ। ਹੋ ਬੋਲੇ ਰਾਗ ਤਿਲੰਗ, ਤੇ ਉਸ ਵੇਲੇ ਬਾਬਾ ਨਾਨਕ ਜੀ ਨੇ ਤਿਲੰਗ ਰਾਗ ਦਾ ਇੱਕ ਸ਼ਬਦ ਉਚਾਰਿਆ, ਸ਼ਬਦ ਜੋ ਦੁੱਖ ਦਹੇ, ਜਿਹੜਾ ਦੁੱਖਾਂ ਨੂੰ ਨਾਸ਼ ਕਰ ਦੇਣ ਵਾਲਾ ਹੈ। ਬਾਬਾ ਨਾਨਕ ਜੀ ਨੇ ਤਿਲੰਗ ਰਾਗ ਵਿੱਚ ਉਹ ਸ਼ਬਦ ਉਚਾਰਨ ਕੀਤਾ। ਵਾਕਈ ਉਸ ਸ਼ਬਦ ਨੂੰ ਜਦੋਂ ਆਪਾਂ ਵਿਚਾਰਾਂਗੇ ਤਾਂ ਹੈਰਾਨ ਹੋਵਾਂਗੇ। ਦੂਜਿਆਂ ਨੂੰ ਹੀ ਉਪਦੇਸ਼ ਦੇਣ ਦੀ ਗੱਲ ਨਹੀਂ ਹੈ ਉਸ ਵਿੱਚ, ਆਪਣੇ ਆਪ ਨੂੰ ਮੁਖਾਤਬ ਕਰਦਿਆਂ ਹੋਇਆਂ ਹੀ ਸਾਰਾ ਸੀਨ ਅੱਗੇ ਖਿੱਚ ਕੇ ਰੱਖ ਦਿੱਤਾ ਹੈ ਕਿ ਇੱਕ ਦਿਨ ਜੰਮ ਨੇ ਫੜ ਲੈਣਾ ਹੈ, ਖਿਆਲ ਰੱਖਣਾ ਹੈ। ਤੇ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਤਰੀਕਾ ਕੀ ਹੈ ਮੁਕਤ ਹੋਣ ਦਾ? ਮਾਲਕ ਅੱਗੇ ਬੇਨਤੀ, ਯਕ ਅਰਜ਼ ਗੁਫਤਮ, ਇੱਕ ਬੇਨਤੀ ਹੈ। ਆਪਾਂ ਇਸ ਸ਼ਬਦ ਦੀ ਵਿਚਾਰ ਅਗਲੇ ਐਪੀਸੋਡ ਵਿੱਚ ਕਰਾਂਗੇ, ਜਿਸ ਨੂੰ ਸੁਣ ਕੇ ਸਭ ਫਾਰਸੀ ਦੇ ਸਮਝਣ ਵਾਲੇ ਆਸ਼ ਕਰ ਉੱਠੇ ਕਿ ਬਾਬੇ ਨਾਨਕ ਦੀ ਮਸਤੀ ਕਿਸੇ ਜਿੰਨ ਭੂਤ ਦੀ ਮਸਤੀ ਨਹੀਂ, ਇਹ ਮਸਤੀ ਦਾ ਆਲਮ ਕੋਈ ਹੋਰ ਹੈ, ਇਹ ਲੱਖਾਂ ਹੋਸ਼ਾਂ ਨਾਲੋਂ ਬਿਹਤਰ ਹੈ। ਇਸ ਵਿੱਚ ਤਾਂ ਸੁਰਤ ਤੇ ਸਿਰਜਣਹਾਰ ਦਾ ਮਿਲਾਪ ਹੈ। ਵਾਹਿਗੁਰੂ ਕਿਰਪਾ ਕਰੇ ਬਾਬੇ ਨਾਨਕ ਦੀਆਂ ਸਾਖੀਆਂ ਤੋਂ ਅਸੀਂ ਵੀ ਕੋਈ ਮੱਤ ਲੈ ਕੇ ਉਸ ਮਸਤੀ ਨੂੰ ਪੂਰਾ ਨਹੀਂ ਤਾਂ ਥੋੜ੍ਹਾ ਹੀ ਸਹੀ ਪਰ ਮਾਣ ਸਕੀਏ। ਅੱਜ ਦੀ ਵਿਚਾਰ ਸਮਾਪਤ ਕਰਦਿਆਂ ਹੋਇਆਂ ਮੈਂ ਅਖੀਰ ਵਿੱਚ ਬੇਨਤੀ ਕਰਨੀ ਚਾਹੁੰਦਾ ਹਾਂ, ਯੂਨੀਵਰਸਲ ਸਿੱਖ ਬ੍ਰਦਰਹੁੱਡ ਚੈਨਲ ਆਪ ਜੀ ਦੀ ਸੇਵਾ ਲਈ ਬਣਾਇਆ ਗਿਆ ਹੈ। ਗੁਰੂ ਕੀਆਂ ਸਾਖੀਆਂ, ਔਰ ਖਿਆਲ ਰਹੇ ਹਰ ਐਪੀਸੋਡ ਦੇ ਨਾਮ ਵਿੱਚ ਅਸੀਂ ਲਿਖ ਦਿੰਦੇ ਹਾਂ ਸਭ ਤੋਂ ਵੱਡਾ ਸਤਿਗੁਰ ਨਾਨਕ, ਹਿਸਟਰੀ ਆਫ ਗੁਰੂ ਨਾਨਕ ਸਾਹਿਬ ਜੀ। ਇਸ ਲਈ ਖਿਆਲ ਰੱਖੋ ਇਹ ਸਾਰੇ ਲੈਕਚਰ ਜਿਹੜੇ ਨੇ ਇਹ ਗੁਰੂ ਨਾਨਕ ਸਾਹਿਬ ਜੀ ਦੀਆਂ ਸਾਖੀਆਂ, ਉਹਨਾਂ ਤੋਂ ਮਿਲਣ ਵਾਲੀ ਸਿੱਖਿਆ ਨਾਲ ਸੰਬੰਧਿਤ ਨੇ, ਤੇ ਇਹੀ ਮੇਰੀ ਸੀਮਾ ਹੈ ਇਹਨਾਂ ਸਾਖੀਆਂ ਵਿੱਚ। ਆਪ ਜੀ ਗੁਰੂ ਕੀਆਂ ਸਾਖੀਆਂ ਦਾ ਆਨੰਦ ਮਾਣੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਖੇਚਲ ਵੀ ਕਰ ਲਓ ਜਿਨ੍ਹਾਂ ਅਜੇ ਤੱਕ ਨਹੀਂ ਕੀਤਾ, ਤਾਂ ਕਿ ਇਹ ਬ੍ਰਦਰਹੁੱਡ ਦਾ ਦਾਇਰਾ ਵੱਡਾ ਹੋਵੇ, ਵਿਸ਼ਾਲ ਹੋਵੇ, ਇੱਕ ਜਮਾਤ ਬਣ ਸਕੀਏ। ਤੇ ਗੁਰੂ ਕੀਆਂ ਸਾਖੀਆਂ ਨੇ ਲਾਈਕ ਤਾਂ ਕਰੋਗੇ, ਜ਼ਰੂਰ ਕਰਨਾ ਚਾਹੀਦਾ ਹੈ ਮੇਰੇ ਖਿਆਲ ਦੇ ਮੁਤਾਬਕ ਤਾਂ। ਤੇ ਸਬਸਕ੍ਰਾਈਬ ਕਰਨ ਦੇ ਨਾਲ ਨਾਲ, ਲਾਈਕ ਕਰਨ ਦੇ ਨਾਲ ਨਾਲ ਇੱਕ ਕੰਮ ਹੋਰ ਹੈ, ਉਹ ਵੀ ਬੜਾ ਜ਼ਰੂਰੀ ਹੈ, ਜੋ ਵਿਸ਼ੇਸ਼ ਹੈ, ਬਲਕਿ ਦੋ ਨੇ। ਇੱਕ ਹੈ ਕਿ ਹਰ ਐਪੀਸੋਡ ਨੂੰ ਆਪਣੇ ਸਰਕਲ ਵਿੱਚ ਜ਼ਰੂਰ ਸ਼ੇਅਰ ਕਰੋ, ਜਿੰਨੇ ਨੰਬਰ ਤੁਹਾਡੇ ਪਾਸ ਨੇ ਸਭ ਨੂੰ ਭੇਜੋ, ਹੋਰ ਵੀ ਸੁਣ, ਤੇ ਸਭ ਨੂੰ ਇਹ ਪ੍ਰੇਰਨਾ ਵੀ ਕਰੋ ਕਿ ਉਹ ਵੀ ਚੈਨਲ ਸਬਸਕ੍ਰਾਈਬ ਕਰਕੇ ਯੂਨੀਵਰਸਲ ਸਿੱਖ ਬ੍ਰਦਰਹੁੱਡ ਵਿੱਚ ਸ਼ਾਮਲ ਹੋਣ। ਸ਼ੇਅਰ ਵੀ ਜ਼ਰੂਰ ਕਰੋ, ਲਾਈਕ ਕਰਨਾ ਹੈ, ਸਬਸਕ੍ਰਾਈਬ ਕਰਨਾ ਹੈ ਚੈਨਲ ਨੂੰ। ਇਸ ਦੇ ਨਾਲ ਕੋਈ ਕਮੈਂਟਸ ਦੇਣਾ ਚਾਹੋ, ਸਵਾਗਤ ਹੈ, ਜ਼ਰੂਰ ਦਿਓ। ਇੰਨੀਆਂ ਕੁ ਬੇਨਤੀਆਂ ਕਰਦਿਆਂ ਮੈਂ ਅੱਜ ਦੀ ਵਿਚਾਰ ਨੂੰ ਸਮਾਪਤ ਕਰਦਾ ਹਾਂ ਤੇ ਅਗਲੇ ਐਪੀਸੋਡ ਵਿੱਚ ਆਪਾਂ ਬਾਬਾ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਉਸ ਸ਼ਬਦ ਦੀ ਵਿਚਾਰ ਕਰਾਂਗੇ ਜੋ ਹਜ਼ੂਰ ਨੇ ਫਾਰਸੀ ਦੇ ਵਿਦਵਾਨਾਂ ਦੇ ਅੱਗੇ ਰੱਖਿਆ ਤੇ ਸਾਨੂੰ ਮੱਤ ਦਿੱਤੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।